ਜਿਹੜੀ ਸਰਕਾਰ ਹੈ ਉਹ ਪਹਿਲਾਂ ਕਾਲੇ ਕਾਨੂੰਨ ਲੈ ਕੇ ਆਉਂਦੀ ਹੈ, ਫਿਰ ਹੁਣ ਇੰਟਰਨੈਟ ਬੰਦ ਕਰ ਰਹੀ ਹੈ। ਤੇ ਹਰਿਆਣਾ ਸਰਕਾਰ, ਸੈਂਟਰ ਸਰਕਾਰ ਇਹ ਗੁੰਡਾਗਰਦੀ ਤੇ ਉਤਰੀ ਹੋਈ ਹੈ। ਅੱਜ ਮਨ ਕੀ ਬਾਤ 'ਚ ਮੋਦੀ ਸਾਹਿਬ ਕਹਿੰਦੇ ਵੀ ਜੋ ਲਾਲ ਕਿਲੇ ਤੇ ਹੋਇਆ ਮੇਰਾ ਮਨ ਉਦਾਸ ਹੈ, ਤਿਰੰਗੇ ਦਾ ਅਪਮਾਨ ਬਰਦਾਸ਼ਤ ਨਹੀਂ। ਜੇ ਉਹਨਾਂ ਦਾ ਮਨ ਉਦਾਸ ਹੈ ਤਾਂ ਉਹ ਇੰਨੇ 2 ਮਹੀਨਿਆਂ ਤੋਂ ਲੋਕ ਇੱਥੇ ਰੁਲ ਰਹੇ ਨੇ, ਤਾਂ ਜਿਹੜੇ ਕਾਨੂੰਨ ਬਣਾਉਣ ਦਾ ਉਹਨਾਂ ਕੋਲ ਅਧਿਕਾਰ ਨਹੀਂ, ਉਹ ਵਾਪਸ ਕਿਉਂ ਨਹੀਂ ਲੈ ਲੈਂਦੇ? ਉਹ ਜਾਣ ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਲੱਗੇ ਹੋਏ ਨੇ, ਜ਼ਮੀਨਾਂ ਖੋਹਣੀਆਂ ਚਾਹੁੰਦੇ ਨੇ। ਕਾਰਪੋਰੇਟ ਅਦਾਰੇ ਨੇ ਜੋ ਉਹਨਾਂ ਦਾ ਢਿੱਡ ਭਰਨ ਲੱਗੇ ਨੇ, ਉਹਨਾਂ ਦੇ ਪਿੱਠੂ ਹੈ ਸਰਕਾਰ ਸਾਰੀ। ਲੱਗ ਰਿਹਾ ਹੈ ਜੋ ਕੁਝ ਹੋ ਰਿਹਾ ਹੈ ਸਰਕਾਰ ਦਾ ਰਵੱਈਆ ਲੋਕਤੰਤਰ ਦੇ ਮੁਤਾਬਿਕ। ਬਿਲਕੁਲ ਜੀ ਨਹੀਂ, ਇਹ ਲੋਕਤੰਤਰ ਦਾ ਘਾਣ ਹੈ। ਸਭ ਤੋਂ ਮੰਦਭਾਗਾ ਹਿੰਦੁਸਤਾਨ ਲਈ ਇਹ ਦੌਰ ਹੈ। ਇਕੱਲੇ ਪੰਜਾਬ ਹਰਿਆਣਾ ਕਿਸਾਨੀ ਲਈ ਨਹੀਂ ਹੈ, ਪੂਰੇ ਹਿੰਦੁਸਤਾਨ ਦੀ ਆਵਾਮ ਲਈ ਹੈ ਇਹ। ਜਿਹੜੇ ਕਿਸਾਨ ਉਸ ਜਗ੍ਹਾ ਤੇ ਹੀ ਨਹੀਂ ਗਏ, ਸਿਰਫ ਸਾਡੇ ਕਿਸਾਨ ਲੀਡਰਾਂ ਦਾ ਨਾਮ ਇਹਨਾਂ ਨੇ ਉੱਪਰ ਲਿਖਤਾ ਕਿ ਇਹ ਲੋਕ ਮੀਟਿੰਗ ਚਾਹੁੰਦੇ ਸੀ। ਨੀਚੇ ਕਿਤੇ ਲਿਖਿਆ ਹੀ ਨਹੀਂ ਕਿ ਕਿਉਂ ਇਹਨਾਂ ਤੇ ਅਸੀਂ ਪਰਚਾ ਦਰਜ ਕੀਤਾ। ਸਾਰੀਆਂ ਧਾਰਾਵਾਂ ਝੂਠੀਆਂ ਲਾਈਆਂ ਨੇ। ਉਹ ਬੰਦੇ ਉਸ ਵਕਤ ਉੱਥੇ ਹੈ ਹੀ ਨਹੀਂ ਸੀ, ਕਿਉਂਕਿ ਵੀਡੀਓ ਦੇ ਵਿੱਚ ਵੀ ਆ ਰਿਹਾ ਹੈ। ਇਸ ਕਰਕੇ ਜਿਹੜੀਆਂ ਧਾਰਾਵਾਂ ਲੱਗਦੀਆਂ ਨੇ ਕਾਨੂੰਨ ਮੁਤਾਬਕ ਬਣਦੀਆਂ ਹੀ ਨਹੀਂ ਹਨ। ਜਿੰਨਾ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰੂਗੀ, ਇਹ ਅੰਦੋਲਨ ਲਾਵੇ ਦੀ ਤਰ੍ਹਾਂ ਉਹਨਾਂ ਵੱਧ ਫੁੱਟ ਕੇ ਆਊਗਾ ਤੇ ਕਾਮਯਾਬੀ ਵੱਲ ਵਧੂ। ਜਿਹੜੀਆਂ ਜੋ ਗੈਰ ਕਾਨੂੰਨੀ ਇਹ ਕਰਤੂਤਾਂ ਕਰ ਰਹੀਆਂ ਨੇ ਸਰਕਾਰਾਂ, ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਜਾਂ ਯੂਪੀ ਸਰਕਾਰ, ਅਸੀਂ ਕਾਨੂੰਨ ਦੇ ਰਾਖੇ ਹੋਣ ਦੀ ਹੁੰਦੇ ਹੋਏ ਅਸੀਂ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਘਸੀਟਾਂਗੇ ਔਰ ਇਹਨਾਂ ਨੂੰ ਇਹ ਨਤੀਜੇ ਭੁਗਤਣੇ ਪੈਣਗੇ। ਝੂਠੇ ਪਰਚੇ ਰੱਦ ਕਰੋ, ਇਹ ਮੰਗ ਲੈ ਕੇ ਜਿਹੜੇ ਵਕੀਲ ਭਾਈਚਾਰਾ ਹੈ ਪੰਜਾਬ ਦਾ, ਪੰਜਾਬ ਹਰਿਆਣਾ ਹਾਈ ਕੋਰਟ ਤੋਂ, ਇਹ ਅੱਜ ਕਿਸਾਨੀ ਸਟੇਜ ਤੇ ਪਹੁੰਚੇ ਨੇ। ਕਹਿੰਦੇ ਵੀ ਜਿਹੜੇ ਝੂਠੇ ਪਰਚੇ ਦਰਜ ਹੋ ਰਹੇ ਜਾਂ ਮੁੰਡੇ ਜਿਹੜੇ ਗੁੰਮਸ਼ੁਦਾ ਹੋ ਰਹੇ ਨੇ, ਜਿਨ੍ਹਾਂ ਨੂੰ ਪੁਲਿਸ ਧੱਕੇ ਨਾਲ ਲੈ ਕੇ ਜਾ ਰਹੀ ਹੈ, ਉਹਨਾਂ ਦੀ ਪੈਰਵਾਈ ਕਰਨਗੇ। ਸਤਿ ਸ਼੍ਰੀ ਅਕਾਲ ਵਕੀਲ ਸਾਹਿਬ, ਕੀ ਨਾਮ? ਗੱਲ ਬਿਕਰਮਜੀਤ ਸਿੰਘ ਜਟਾਣਾ। ਵਿਕਰਮ ਜੀ, ਅੰਦੋਲਨ ਸਿਖਰਾਂ ਤੇ ਇਸ ਵਕਤ ਕੀ ਆਇਆ ਮਨ 'ਚ ਕਿ ਤੁਹਾਨੂੰ ਲੱਗਾ ਵੀ ਹਮਾਇਤ ਦੇਣੀ ਚਾਹੀਦੀ? ਦੇਖੋ, ਇਹ ਜਦੋਂ ਤੋਂ ਇਹ ਬਿੱਲ ਬਣੇ ਨੇ, ਸ਼ੁਰੂ ਤੋਂ ਹੀ ਅਸੀਂ ਉਹਨਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਸਾਡਾ ਓਪੀਨੀਅਨ ਇਹ ਸੀ ਕਿ ਬਿੱਲ ਗਲਤ ਬਣੇ ਨੇ, ਕਿਉਂਕਿ ਸੈਂਟਰ ਸਰਕਾਰ ਕੋਲੇ ਇਹ ਐਕਟ ਬਣਾਉਣ ਦਾ ਰਾਈਟ ਹੀ ਨਹੀਂ ਹੈ, ਕਿਉਂਕਿ ਇਹ ਰਾਜਾਂ ਦਾ ਮੁੱਦਾ ਸੀ ਜਿਹੜਾ ਸੈਂਟਰ ਨੇ ਬਣਾਇਆ। ਅਸੀਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹੀ ਸੰਘਰਸ਼ ਨਾਲ ਜੁੜੇ ਹੋਏ ਹਾਂ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ। ਤੇ ਹੁਣ ਜਿਹੜਾ 26 ਤਰੀਕ ਨੂੰ ਜੋ ਇੱਥੇ ਹੋਇਆ, ਸਰਕਾਰ ਨੇ ਇੱਕ ਚਾਲ ਦੇ ਵਿੱਚ ਲੈ ਕੇ ਇੱਥੋਂ ਜਾ ਰਹੇ ਜੋ ਸ਼ਾਂਤੀਪੂਰਵਕ ਮਾਰਚ ਕਰਨ ਚੱਲੇ ਸੀ, ਉਹਨਾਂ ਨੂੰ ਇੱਕ ਚਾਲ ਦੇ ਵਿੱਚ ਫਸਾ ਕੇ ਲਾਲ ਕਿਲੇ ਵੱਲ ਲਿਜਾਇਆ ਗਿਆ, ਤਸ਼ੱਦਦ ਕੀਤਾ ਗਿਆ, ਅਣਮਨੁੱਖੀ ਵਿਵਹਾਰ ਕੀਤਾ ਗਿਆ, ਜਿਨ੍ਹਾਂ ਦੀਆਂ ਫੋਟੋਆਂ, ਜਿਨ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਹੋਈਆਂ ਨੇ। ਉਸ ਤੋਂ ਬਾਅਦ 'ਚ ਪੰਜਾਬ, ਹਰਿਆਣਾ, ਈਵਨ ਕਿ ਸਾਰੇ ਇੰਡੀਆ ਦੇ ਵਿੱਚ ਵਕੀਲ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸ ਹੈ, ਜਿਹੜਾ ਹੈ ਅਣਮਨੁੱਖੀ ਵਿਵਹਾਰ ਕੀਤੇ ਗਏ ਨੇ। ਰੋਸ ਸਾਰਿਆਂ 'ਚ ਹੈ। ਅੱਜ ਮਨ ਕੀ ਬਾਤ 'ਚ ਮੋਦੀ ਸਾਹਿਬ ਕਹਿੰਦੇ ਵੀ ਜੋ ਲਾਲ ਕਿਲੇ ਤੇ ਹੋਇਆ ਮੇਰਾ ਮਨ ਉਦਾਸ ਹੈ, ਤਿਰੰਗੇ ਦਾ ਅਪਮਾਨ ਬਰਦਾਸ਼ਤ ਨਹੀਂ। ਜੇ ਉਹਨਾਂ ਦਾ ਮਨ ਉਦਾਸ ਹੈ ਤਾਂ ਉਹ ਇੰਨੇ 2 ਮਹੀਨਿਆਂ ਤੋਂ ਲੋਕ ਇੱਥੇ ਰੁਲ ਰਹੇ ਨੇ, ਤਾਂ ਜਿਹੜੇ ਕਾਨੂੰਨ ਬਣਾਉਣ ਦਾ ਉਹਨਾਂ ਕੋਲ ਅਧਿਕਾਰ ਨਹੀਂ, ਉਹ ਵਾਪਸ ਕਿਉਂ ਨਹੀਂ ਲੈ ਲੈਂਦੇ? ਮਨ ਉਦਾਸ ਨਹੀਂ ਹੈ, ਉਹ ਜਾਣ ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਲੱਗੇ ਹੋਏ ਨੇ, ਜ਼ਮੀਨਾਂ ਖੋਹਣੀਆਂ ਚਾਹੁੰਦੇ ਨੇ। ਕਾਰਪੋਰੇਟ ਅਦਾਰੇ ਨੇ ਜੋ ਉਹਨਾਂ ਦਾ ਢਿੱਡ ਭਰਨ ਲੱਗੇ ਨੇ, ਉਹਨਾਂ ਦੇ ਪਿੱਠੂ ਹੈ ਸਰਕਾਰ ਸਾਰੀ। ਅਸੀਂ ਇਹ ਕਹਿੰਦੇ ਹਾਂ, ਤੇ ਅਸੀਂ ਜੋ ਕੁਛ ਇੱਥੇ ਹੋਇਆ, ਅੱਜ ਅਸੀਂ ਸਰਕਾਰ ਵੱਲੋਂ ਸਾਡੇ ਵਕੀਲ ਭਾਈਚਾਰੇ 200 ਦੇ ਕਰੀਬ ਅਸੀਂ ਇੱਥੇ ਆਏ ਹਾਂ, ਤੇ ਅਸੀਂ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਆ। ਕੇਸ ਵੀ ਲੜਨ ਲਈ ਤਿਆਰ ਆ। ਅਸੀਂ ਫ੍ਰੀ ਕੇਸ ਲੜਨ ਦੇ ਲਈ ਆਪਣੇ ਵੱਲੋਂ ਆਪਣੇ ਨੰਬਰ ਵੀ ਦਿੱਤੇ ਨੇ, ਆਪਣੇ ਨਾਮ ਵੀ ਲਿਖਵਾਏ ਨੇ। ਤੁਸੀਂ ਨੰਬਰ ਆਪਣਾ ਇੱਕ ਵਾਰ ਬੋਲ ਦਿਓ ਜਿਹੜੇ ਤੁਹਾਨੂੰ ਦੇਖ ਰਹੇ ਹੋਣਗੇ। ਮੇਰਾ ਨੰਬਰ ਹੈ 9876 56011। ਬਿਕਰਮਜੀਤ ਸਿੰਘ ਜਟਾਣਾ ਐਡਵੋਕੇਟ। ਸਾਡੇ ਨਾਲ ਸਾਰੇ ਵਕੀਲ ਸਾਹਿਬਾਨ ਨੇ, ਜਗਜੀਤ ਸਿੰਘ ਗਿੱਲ ਨੇ, ਇਹ ਵੀ ਆਪਣਾ ਨੰਬਰ ਦੱਸ ਦਿੰਦੇ ਨੇ, ਮੈਡਮ ਨੇ, ਸਾਰੇ ਅਸੀਂ ਪੰਜਾਬ ਹਰਿਆਣੇ ਤੋਂ ਤੁਹਾਨੂੰ ਆਪਣਾ ਨੰਬਰ। ਬਿਲਕੁਲ ਵਕੀਲ ਸਾਹਿਬ, ਇੱਕ ਚੀਜ਼ ਹੋਰ ਹੈ ਵੀ ਜਿਸ ਤਰੀਕੇ ਇੰਟਰਨੈਟ ਬੰਦ ਕਰਤਾ ਗਿਆ, ਕੀ ਕਾਨੂੰਨਨ ਜਾਇਜ਼ ਹੈ, ਠੀਕ ਚੀਜ਼ ਹੈ? ਨਹੀਂ, ਦੇਖੋ ਜੀ, ਮੋਦੀ ਸਰਕਾਰ ਦਾ ਬੜਾ ਧੱਕਾ ਹੈ ਇਹ, ਕਿਉਂਕਿ ਇੰਟਰਨੈਟ ਬੰਦ ਕਰਨਾ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹਦਾ ਇਹ ਉਲੰਘਣ ਹੈ। ਪਰ ਕਾਨੂੰਨ ਜਿਹੜਾ ਹੈ, ਪਰ ਜਿਹੜੀ ਸਰਕਾਰ ਹੈ ਉਹ ਪਹਿਲਾਂ ਕਾਲੇ ਕਾਨੂੰਨ ਲੈ ਕੇ ਆਉਂਦੀ ਹੈ, ਫਿਰ ਹੁਣ ਇੰਟਰਨੈਟ ਬੰਦ ਕਰ ਰਹੀ ਹੈ। ਤੇ ਹਰਿਆਣਾ ਸਰਕਾਰ, ਸੈਂਟਰ ਸਰਕਾਰ ਇਹ ਗੁੰਡਾਗਰਦੀ ਤੇ ਉਤਰੀ ਹੋਈ ਹੈ। ਪਰ ਸਾਡਾ ਵਕੀਲ ਭਾਈਚਾਰਾ, ਅਸੀਂ ਅੱਜ 200 ਦੇ ਕਰੀਬ ਆਏ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ। ਅਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਗੈਰ ਕਾਨੂੰਨੀ ਕਹਿ ਰਹੇ ਹੋ, ਕੀ ਸਰਕਾਰ ਜਵਾਬਦੇਹ ਹੋਏਗੀ ਇਸ ਚੀਜ਼ ਲਈ? ਕਿਵੇਂ ਘੜੀਸਾ ਕਿਵੇਂ ਜਾਏਗਾ ਸਰਕਾਰ ਨੂੰ? ਜ਼ਿੰਮੇਵਾਰੀ ਦਾ ਅਹਿਸਾਸ ਤਾਂ ਕਰਾਉਣਾ ਬਣਦਾ ਹੈ। ਬਿਲਕੁਲ, ਜਿਹੜੀਆਂ ਜੋ ਗੈਰ ਕਾਨੂੰਨੀ ਇਹ ਕਰਤੂਤਾਂ ਕਰ ਰਹੀਆਂ ਨੇ ਸਰਕਾਰਾਂ, ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਜਾਂ ਯੂਪੀ ਸਰਕਾਰ, ਅਸੀਂ ਕਾਨੂੰਨ ਦੇ ਰਾਖੇ ਹੋਣ ਦੀ ਹੁੰਦੇ ਹੋਏ ਅਸੀਂ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਘਸੀਟਾਂਗੇ ਔਰ ਇਹਨਾਂ ਨੂੰ ਇਹ ਨਤੀਜੇ ਭੁਗਤਣੇ ਪੈਣਗੇ। ਤੁਸੀਂ ਦੇਖਿਆ ਹੋਏਗਾ, ਤੁਹਾਡਾ ਵੀ ਗੱਲ ਵੀ
ਕਰਿਆਨੇ ਤੇ ਕੋਈ ਸਮਾਨ ਲੈਣ ਗਿਆ ਉਹ ਗਾਇਬ ਹੋ ਜਾਂਦਾ ਹੈ, ਮਿਲਦਾ ਠਾਣਿਓ ਹੈ। ਇਹ ਚੀਜ਼ਾਂ ਕਿਵੇਂ ਦੇਖ ਰਹੇ ਹੋ, ਕੀ ਰੀਡ ਹੈ? ਦਿਸ ਇਹੀ ਤਾਂ ਚੀਜ਼ ਸਭ ਤੋਂ ਮਾੜੀ ਆ। ਇਹ ਮੁੰਡਿਆਂ ਨੂੰ ਚੱਕ ਰਹੇ ਨੇ, ਬਿਨਾਂ ਗੱਲ ਤੋਂ ਚੱਕ ਰਹੇ ਨੇ। ਇਸੇ ਕਰਕੇ ਆਪਾਂ ਇੱਥੇ ਅੱਗੇ ਹੋ ਕੇ ਆ ਰਹੇ ਨੇ ਕਿ ਜਿਹੜੇ ਵੀ ਬੱਚੇ, ਜਿਹੜੇ ਵੀ ਮੁੰਡੇ, ਭਾਵੇਂ ਉਹ ਹਰਿਆਣਾ ਦੇ ਨੇ, ਪੰਜਾਬ ਦੇ ਨੇ, ਵੀ ਕਿਤੇ ਦੇ ਵੀ ਨੇ, ਉਹਨਾਂ ਨੂੰ ਜਿਹੜੇ ਵੀ ਉਹਨਾਂ ਨੂੰ ਚੱਕੇ ਗਏ ਨੇ ਉਹ ਸਾਨੂੰ ਕੰਟੈਕਟ ਕਰਨ ਸੋ ਦੈਟ ਵੀ ਕੈਨ ਟ੍ਰੇਸ them ਐਂਡ ਫਾਈਂਡ। ਉਹਦੇ ਕੋਲ ਇੱਕ ਚੀਜ਼ ਹੈ, ਇਹ ਕਹਿ ਕੇ ਵੀ ਇਹਨਾਂ ਨੇ ਪੁਲਿਸ ਨਾਲ ਬਦਸਲੂਕੀ ਕੀਤੀ, ਪੁਲਿਸ ਨਾਲ ਮਾਰਕੁੱਟ ਕੀਤੀ, ਇਹ ਸਾਰੀਆਂ ਚੀਜ਼ਾਂ। ਕਿਉਂਕਿ ਜਦੋਂ ਅੰਦੋਲਨ ਹੁੰਦਾ ਹੈ ਤਾਂ ਬੱਚਾ ਦੂਸਰਾ ਪੱਖ ਵੀ ਹਰ ਚੀਜ਼ ਲੈ ਕੇ ਚੱਲਦਾ ਹੈ। ਇੱਕ ਵਕੀਲ ਕਿਵੇਂ ਡਿਫੈਂਡ ਕਰੇਗਾ ਨਾ? ਬਿਕੋਜ਼ ਦੇਖਿਏ ਜੀ, ਐਜ਼ ਅ ਵਕੀਲ ਆਪਾਂ ਇਹੀ ਕਵਾਂਗੇ ਕਿ ਆਪਣੇ ਸੈਲਫ ਡਿਫੈਂਸ ਆ। ਹਾਲਾਂਕਿ ਹਲੇ ਤੱਕ 2 ਮਹੀਨੇ ਤੋਂ ਆਪਾਂ ਇਹੀ ਦੇਖਦੇ ਆਏ ਆ ਕਿ ਆਪਾਂ ਪੀਸਫੁਲੀ ਇਸ ਅੰਦੋਲਨ ਨੂੰ ਚੱਲਦੇ ਆ ਰਹੇ ਆ। ਸਾਡੇ ਤੇ ਪਥਰਾਵ ਹੋ ਰਿਹਾ, ਸਾਡੇ ਤੇ ਸਾਨੂੰ ਗੁੰਡਾਗਰਦੀ ਕਰਕੇ ਉੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਵੀ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਜਪ ਰਹੇ ਆ। ਬਟ ਇਹ ਪੁਲਿਸ ਜਿਹੜੀ ਕਿ ਹੱਥਾਂ 'ਚ ਪੱਥਰ ਲੈ ਕੇ ਇਹਨਾਂ ਦੇ ਨਾਲ ਲੱਗੀ ਹੋਈ ਆ, ਇਹ ਸਾਫ਼ ਜ਼ਾਹਰ ਕਰਦੀ ਆ ਕਿ ਇਹ ਮੋਦੀ ਸਰਕਾਰ ਦੇ ਹੀ ਕੰਮ ਹੈਗੇ। ਇਹ ਪੁਲਿਸ ਉਹਨਾਂ ਨੇ ਆਪ ਉੱਥੇ ਰੱਖੀ ਹੋਈ। ਵਕੀਲ ਸਾਹਿਬ, ਜਿਹੜੇ ਮੁੰਡੇ ਚੱਕੇ ਗਏ, ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਡਰ ਉੱਭਰ ਰਿਹਾ ਹੈ, ਕਿਉਂਕਿ ਪੰਜਾਬ ਤੋਂ ਹਰ ਘਰ ਤੋਂ ਇੱਕ ਮੁੰਡਾ ਆਉਣਾ ਸੀਗਾ। ਜਦੋਂ ਇਹ ਖਬਰਾਂ ਗਈਆਂ ਤਾਂ ਉਹਨਾਂ 'ਚ ਇੱਕ ਡਰ ਤਾਂ ਲਾਜ਼ਮੀ ਨਜ਼ਰ ਆ ਰਿਹਾ ਹੈਗਾ। ਇਹ ਕਿਹੜੀਆਂ ਧਰਾਵਾਂ ਲਾ ਰਹੇ ਨੇ, ਕਿਹੜੀਆਂ ਚੀਜ਼ਾਂ ਕਹਿ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਹੈ, ਕੀ ਦੋਸ਼ ਕੀ ਲਾਉਂਦੇ? ਇਹਨਾਂ ਨੇ ਵੱਖਰੇ FIR ਦਰਜ ਕੀਤੀਆਂ ਨੇ। ਇਹਨਾਂ ਨੇ ਜਿਹੜੀ ਇਹਨੀ ਮੇਨ FIR, ਅਸੀਂ ਕਾਪੀਆਂ ਵੀ ਲੈ ਕੇ ਆਏ, ਮੇਰੇ ਕੋਲ ਇਸ ਵਕਤ ਵੀ ਹੈਗੀ ਹੈ। ਤਾਂ ਇਹਨਾਂ ਨੇ ਇੱਕ ਜਿਹੜੀ ਅਥਰੂ ਗੈਸ ਵਾਲੀ ਗਨ ਹੈ, ਇਹਨਾਂ ਨੇ ਉਹਦੇ ਵਿੱਚ ਐਲੀਗੇਸ਼ਨ ਲਾਇਆ ਕਿ ਉਹ ਖੋਹ ਲਈ, ਤਾਂ ਉਸ ਦੀ ਇਹਨਾਂ ਨੇ ਡਕੈਤੀ ਦੀ ਧਾਰਾ ਉਹਦੇ ਲਾ ਦਿੱਤੀ ਹੈ ਜੀ। ਉਹ ਖੋਹਦੇ ਹੋਏ ਇੰਜਰਡ ਕਰਨਾ 397 ਤੇ ਡਕੈਤੀ 395, ਜਿਹੜੀ ਕਿ ਕਿਸੇ ਵੀ ਹਾਲਤ ਦੇ ਵਿੱਚ ਇਹ ਬਿਲਕੁਲ ਝੂਠੇ ਪਰਚੇ ਨੇ, ਇਹ ਬਣਦੀ ਹੀ ਨਹੀਂ। ਉਸ ਤੋਂ ਇਲਾਵਾ ਜਿਹੜੇ ਕਿਸਾਨ ਉਸ ਜਗ੍ਹਾ ਤੇ ਹੀ ਨਹੀਂ ਗਏ, ਸਿਰਫ ਸਾਡੇ ਕਿਸਾਨ ਲੀਡਰਾਂ ਦਾ ਨਾਮ ਇਹਨਾਂ ਨੇ ਉੱਪਰ ਲਿਖਤਾ ਕਿ ਇਹ ਲੋਕ ਮੀਟਿੰਗ 'ਚ ਆਉਂਦੇ ਸੀ, ਨੀਚੇ ਕਿਤੇ ਲਿਖਿਆ ਹੀ ਨਹੀਂ ਕਿ ਕਿਉਂ ਇਹਨਾਂ ਤੇ ਅਸੀਂ ਪਰਚਾ ਦਰਜ ਕੀਤਾ। ਸਾਰੀਆਂ ਧਾਰਾਵਾਂ ਝੂਠੀਆਂ ਲਾਈਆਂ ਨੇ। ਉਹ ਬੰਦੇ ਉਸ ਵਕਤ ਉੱਥੇ ਹੈ ਹੀ ਨਹੀਂ ਸੀ, ਕਿਉਂਕਿ ਵੀਡੀਓ ਦੇ ਵਿੱਚ ਵੀ ਆ ਰਿਹਾ ਹੈ। ਇਸ ਕਰਕੇ ਜਿਹੜੀਆਂ ਧਾਰਾਵਾਂ ਲੱਗਦੀਆਂ ਨੇ ਕਾਨੂੰਨ ਮੁਤਾਬਕ ਬਣਦੀਆਂ ਹੀ ਨਹੀਂ ਹਨ। ਉਹਨਾਂ ਸਾਰੀਆਂ ਨੂੰ ਅਸੀਂ ਵਕੀਲ ਭਾਈਚਾਰੇ ਨਾਲ ਹੋਰ ਸਲਾਹ ਮਸ਼ਵਰਾ ਕਰਕੇ ਲੀਡਰਾਂ ਨਾਲ ਅਸੀਂ ਉਹਨੂੰ ਚੈਲੰਜ ਕਰਨਾ ਚਾਹੁੰਦੇ ਹਾਂ। ਅੱਗੇ ਦਾ ਜਿਵੇਂ ਵੀ ਹੋਊਗਾ ਫਿਰ ਵਿਚਾਰ ਉਸ ਤਰ੍ਹਾਂ ਕੀਤਾ ਜਾਵੇ। ਤੁਸੀਂ ਕਾਨੂੰਨ ਦੀ ਰਾਖੀ ਕਰਦੇ ਹੋ ਕਿ ਜੋ ਕੁਝ ਚੱਲ ਰਿਹਾ ਹੈ, ਸਰਕਾਰ ਦਾ ਜੋ ਰਵੱਈਆ ਹੈ, ਜਿਸ ਤਰੀਕੇ ਮੁੰਡੇ ਗਾਇਬ ਹੋ ਰਹੇ ਨੇ, ਇਹ ਕਾਨੂੰਨ ਚੀਜ਼ਾਂ ਠੀਕ ਨੇ? ਇਹ ਸਾਡੇ ਕਨਸਟੀਟਿਊਸ਼ਨ ਦੇ ਬਿਲਕੁਲ ਖਿਲਾਫ ਨੇ। ਇਹ ਸਾਡੇ ਕਨਸਟੀਟਿਊਸ਼ਨ 'ਚ ਜਿਹੜੇ ਰਾਈਟਸ ਨੇ, ਸਾਡੇ ਫੰਡਾਮੈਂਟਲ ਰਾਈਟਸ, ਉਹਦੇ ਖਿਲਾਫ ਨੇ। ਰਾਈਟ ਟੂ ਸਪੀਚ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ, ਇਹਨਾਂ ਨੇ ਨਹੀਂ ਦਿੱਤਾ। ਸਾਡੀ ਆਜ਼ਾਦੀ ਤੋਂ ਬਾਅਦ ਸਾਨੂੰ ਵੋਟ ਕਰਨ ਦਾ, ਸਾਨੂੰ ਰਾਈਟ ਟੂ ਸਪੀਚ ਜਿਹੜਾ ਰਾਈਟ ਮਿਲਿਆ, ਇਹ ਸਾਡੇ ਕਨਸਟੀਟਿਊਸ਼ਨ ਦਾ ਹਿੱਸਾ ਹੈ। ਇਹ ਸਾਡੇ ਤੋਂ ਇਹ ਵਾਪਸ ਨਹੀਂ ਲੈ ਸਕਦੇ। ਜੋ ਵੀ ਇਹ ਸਰਕਾਰ ਕਰ ਰਹੀ ਹੈ ਇਹ ਟੋਟਲੀ ਗਲਤ ਹੈ, ਟੋਟਲੀ ਅਨਕਨਸਟੀਟਿਊਸ਼ਨਲ ਹੈ। ਅਸੀਂ ਇਹਦੀ ਟੋਟਲੀ ਨਿਖੇਧੀ ਕਰਦੇ ਹਾਂ। ਹਰ ਵਾਰੀ ਹਰ ਅੰਦੋਲਨ ਨੂੰ ਇਹਨਾਂ ਨੇ ਐਵੇਂ ਹੀ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਰੀ ਕਿਉਂਕਿ ਅਸੀਂ ਬਹੁਤ ਨੇੜੇ ਦੇ ਲੋਕ ਸੀ, ਇੱਥੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਆ ਸਕਦੇ ਸੀਗੇ, ਇਸ ਲਈ ਉਹ ਸਾਨੂੰ ਸੈਬੋਟੇਜ ਨਹੀਂ ਕਰ ਸਕੇ। ਨਹੀਂ ਤਾਂ ਇਹਨਾਂ ਨੇ ਪਹਿਲਾਂ ਸ਼ਹੀਨ ਬਾਗ ਵਾਲਾ ਅੰਦੋਲਨ ਵੀ ਕੁਝ ਦੇਖਿਆ ਦੇਸ਼ ਨੇ। ਕੀ ਬਾਕੀ ਕੇਸ ਛੱਡਤੇ ਹੁਣ ਕਿਸਾਨਾਂ ਦੇ ਨਾਲੋਂ? ਬਿਲਕੁਲ ਜੀ, ਹੁਣ ਸਾਡੀ ਸਮਰਥਨ 100% ਕਿਸਾਨਾਂ ਦੇ ਨਾਲ ਹੈ। ਸਾਡੀ ਫਸਟ ਪ੍ਰੈਫਰੈਂਸ ਕਿਸਾਨ ਭਾਈਚਾਰਾ ਹੈ। ਭਾਈ, ਆਖਰੀ ਟਿੱਪਣੀ ਹੈ ਤੁਹਾਡੇ ਕੋਲ ਲੈਣਾ ਚਾਹੂੰਗਾ। ਅੰਦੋਲਨ ਤੇਜ਼ ਹੋ ਰਿਹਾ ਹੈ ਤੇ ਸਰਕਾਰ ਵੀ ਦੂਸਰੇ ਪੱਖ ਤੋਂ ਹਰ ਚੀਜ਼ਾਂ ਰੋਜ਼ ਨਵੀਆਂ ਆ ਰਹੀਆਂ। ਕਦੀ ਮੁੰਡੇ ਇਦੋਂ ਪਹਿਲਾਂ ਸ਼ਰਾਰਤਾਂ ਹੋਰ ਤਰੀਕੇ ਦੀਆਂ ਸੀਗੀਆਂ। ਕੀ ਲੱਗਦਾ ਤੁਹਾਨੂੰ ਜਿੱਤ ਵੱਲ ਨੂੰ ਜਾਏਗਾ ਅੰਦੋਲਨ, ਕਿ ਸਰਕਾਰ ਜਾਂ ਸਟੇਟ ਪਾਵਰ ਜਿਹੜੀ ਹੈ ਉਹ ਹੋਰ ਚੀਜ਼ਾਂ ਵੀ ਕਰ ਸਕਦੀ? ਬਿਲਕੁਲ ਜਿੱਤ ਵੱਲ ਨੂੰ ਜਾਏਗਾ ਜੀ। ਇਹ ਗੱਲ ਤੁਸੀਂ ਜਿਹੜੀ ਪੁੱਛ ਲਈ, ਮੈਂ ਆਪ ਕਹਿਣਾ ਚਾਹੁੰਦਾ ਸੀ। ਅਸੀਂ ਪੜ੍ਹਦੇ ਸੀ, ਜਦੋਂ ਸਟੂਡੈਂਟ ਸੀ, ਸੰਘਰਸ਼ਾਂ 'ਚ ਵੀ ਰਹੇ ਹਾਂ। ਜਦੋਂ ਸਰਕਾਰਾਂ ਨੇ ਅੰਦੋਲਨਾਂ ਨੂੰ ਦਬਾਉਣ ਦੇ ਲਈ ਕੂਟਨੀਤੀਆਂ ਵਰਤੀਆਂ ਨੇ, ਸਾਜ਼ਿਸ਼ਾਂ ਕੀਤੀਆਂ ਨੇ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਮੇਸ਼ਾ ਹੀ ਉਸ ਤੋਂ ਬਾਅਦ 'ਚ ਅੰਦੋਲਨ ਉਸ ਤੋਂ ਜ਼ਿਆਦਾ ਉੱਭਰ ਕੇ ਆਉਂਦਾ ਹੈ। ਔਰ ਤੁਹਾਡੇ ਹੁਣ ਸਾਹਮਣੇ ਹੈ, ਯੂਪੀ ਵਾਲੇ ਬਾਰਡਰ ਤੇ ਇਹਨਾਂ ਨੇ ਉਸ ਤੋਂ ਬਾਅਦ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹਜ਼ਾਰਾਂ ਲੋਕ ਉੱਥੇ ਆ ਗਿਆ। ਜਿੰਨਾ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰੂਗੀ, ਇਹ ਅੰਦੋਲਨ ਲਾਵੇ ਦੀ ਤਰ੍ਹਾਂ ਉਹਨਾਂ ਵੱਧ ਫੁੱਟ ਕੇ ਆਊਗਾ ਤੇ ਕਾਮਯਾਬੀ ਵੱਲ ਵਧੂਗਾ। ਬਹੁਤ ਧੰਨਵਾਦ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇਹਦੇ ਵਿੱਚ ਹੀ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗੀ। ਇਹ ਲੋਕ ਲਹਿਰ ਹੈ। ਲੋਕ ਲਹਿਰ ਨਾਲ ਹੀ ਸਰਕਾਰਾਂ ਬਣਦੀਆਂ। ਲੋਕ ਮਤ, ਲੋਕ ਲਹਿਰ ਤੇ ਲੋਕ ਭਲਾਈ, ਇਹ ਤਿੰਨ ਚੀਜ਼ਾਂ ਜਿਹੜੀਆਂ ਸਰਕਾਰਾਂ ਬਣਾਉਂਦੀਆਂ। ਲੱਗ ਰਿਹਾ ਹੈ ਜੋ ਕੁਝ ਹੋ ਰਿਹਾ ਹੈ ਸਰਕਾਰ ਦਾ ਰਵੱਈਆ ਲੋਕਤੰਤਰ ਦੇ ਮੁਤਾਬਿਕ? ਬਿਲਕੁਲ ਜੀ ਨਹੀਂ, ਇਹ ਲੋਕਤੰਤਰ ਦਾ ਘਾਣ ਹੈ। ਸਭ ਤੋਂ ਮੰਦਭਾਗਾ ਹਿੰਦੁਸਤਾਨ ਲਈ ਇਹ ਦੌਰ ਹੈ। ਇਕੱਲੇ ਪੰਜਾਬ ਹਰਿਆਣਾ ਕਿਸਾਨੀ ਲਈ ਨਹੀਂ ਹੈ, ਪੂਰੇ ਹਿੰਦੁਸਤਾਨ ਦੀ ਆਵਾਮ ਲਈ ਹੈ ਇਹ। ਉਹ ਗੱਲ ਵੱਖਰੀ ਹੈ ਕਿ ਸਾਡੇ ਜਿਹਦਾ ਸਾਡਾ ਸਾਊਥ ਇੰਡੀਆ ਹੈ, ਉਹ ਜ਼ਬਾਨੀ ਡਿਫਰੈਂਸ ਹੋਣ ਕਰਕੇ, ਕਿਉਂਕਿ ਸਾਡੀ ਪੰਜਾਬੀ ਜ਼ਬਾਨ ਹੈ, ਹਿੰਦੀ ਹੈ, ਉਧਰ ਸਾਊਥ ਵਿੱਚ ਉਹ ਅਸੀਂ ਕਮਿਊਨੀਕੇਟ ਨਹੀਂ ਕਰ ਪਾ ਰਹੇ। ਐਂਡ ਨੈਸ਼ਨਲ ਮੀਡੀਆ ਦਾ, ਗੋਦੀ ਮੀਡੀਆ ਦਾ ਜਿਹੜਾ ਰੋਲ ਹੈ, ਉਹ ਸਭ ਤੋਂ ਨਿੰਦਣਯੋਗ ਹੈ ਜੀ।
ਇਸ ਕਰਕੇ ਜਿਹੜਾ ਪਰ ਲੇਕਿਨ ਇਹ ਗੱਲ ਮੈਂ ਇੱਥੇ ਬਿਲਕੁਲ ਸਪਸ਼ਟ ਕਰ ਦੇਣਾ ਚਾਹੂੰਗੀ, ਇਹ ਲੋਕ ਭਲਾਈ ਹੈ, ਲੋਕ ਲਹਿਰ ਹੈ ਐਂਡ ਲੋਕ ਮਤ ਹੈ। ਇਹਨੂੰ ਸਰਕਾਰ ਜਿੰਨੀ ਛੇਤੀ ਐਕਸੈਪਟ ਕਰੇਗੀ ਉਹ ਇਹ ਅੰਦੋਲਨ ਤੱਕ ਤੁਹਾਡਾ ਇੱਕ ਕਾਨੂੰਨੀ ਨਜ਼ਰੀਆ ਪਹੁੰਚਾਉਣਾ ਚਾਹੁੰਦਾ ਮੈਂ ਗੋਦੀ ਮੀਡੀਆ ਤੱਕ। ਜੋ ਕੁਝ ਦਿਖਾ ਰਿਹਾ ਹੈ 26 ਤੋਂ ਪਹਿਲਾਂ ਟਰੈਕਟਰ ਟੈਰਰ ਕਹਿਤਾ ਵੀ ਅੱਤਵਾਦ ਟਰੈਕਟਰ ਤਿਆਰ ਹੈ, ਸਾਰੀਆਂ ਚੀਜ਼ਾਂ ਪਹਿਲਾਂ ਇਹ ਕਿਸਾਨ ਨੂੰ ਅੱਤਵਾਦੀ ਕਹਿਣ ਦੇਣਾ, ਕੀ ਮੀਡੀਆ ਦਾ ਇਹ ਰਵੱਈਆ ਠੀਕ ਹੈ ਜਾਂ ਫਿਰ ਕਾਨੂੰਨੀ ਤਰੀਕੇ ਨਾਲ ਕਿਵੇਂ ਘੇਰਿਆ ਜਾ ਸਕਦਾ ਹੈ ਇਹਨਾਂ ਗਲਤ ਪ੍ਰਚਾਰਾਂ ਨੂੰ? ਸਰ ਅਸੀਂ ਪਹਿਲਾਂ ਵੀ ਹਾਂਜੀ ਕੁਝ ਸਾਡੇ ਪੰਜਾਬ ਦੇ ਵਿੱਚ ਕੁਝ ਜਿਹੜੀਆਂ ਹੈਗੀਆਂ ਨੇ ਜਮਾਤ ਉਹਨਾਂ ਨੇ ਇਸ ਕੁਝ ਮੀਡੀਆ ਚੈਨਲਸ ਨੂੰ ਆਲਰੇਡੀ ਚੈਲੰਜ ਕਰ, ਅਸੀਂ ਇਹਨਾਂ ਦੇ ਖਿਲਾਫ ਲਿਟੀਗੇਸ਼ਨ ਵੀ ਫਾਈਲ ਕਰਾਂਗੇ ਕਿ ਇਸ ਬਲਦੀ ਅੱਗ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਜਿਹੜਾ ਰੋਲ ਅਦਾ ਕਰ ਰਿਹਾ ਹੈ ਤੁਸੀਂ ਉਹਨੂੰ ਬਾਖੂਬੀ ਬਾਹਰ ਲੋਕਾਂ ਤੱਕ ਪੂਰੇ ਇੰਟਰਨੈਸ਼ਨਲ ਲੈਵਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੀਆਂ ਤਮਾਮ ਇਹ ਜਿੰਨੀਆਂ ਯੋਗਦਾਨ ਹੈ ਸੇਵਾਵਾਂ ਨੇ ਇਹਨਾਂ ਲਈ ਤੁਹਾਡਾ ਅਸੀਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਪੂਰੇ ਹਾਈ ਕੋਰਟ ਦੇ ਵਕੀਲਾਂ ਵੱਲੋਂ ਮੈਂ। ਐਂਡ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਇਹ ਅੰਦੋਲਨ ਹੈ, ਜਿੱਥੇ ਤੱਕ ਅੰਦੋਲਨ ਦਾ ਸਵਾਲ ਹੈ, ਅੰਦੋਲਨ ਬਿਲਕੁਲ ਕਾਮਯਾਬ ਹੋਏਗਾ ਕਿਉਂਕਿ ਨਹੀਂ ਦਬਾਈ ਜਾ ਸਕਦੀ। ਬਹੁਤ ਬਹੁਤ ਧੰਨਵਾਦ। ਸੋ ਇਹ तमाम ਵਕੀਲ ਭਾਈਚਾਰਾ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਕਹਿੰਦੇ ਕਿ ਜੋ ਮਰਜ਼ੀ ਹੋ ਜਾਏ ਕਾਨੂੰਨੀ ਪੱਖ ਤੋਂ ਵੀ ਕਿਸਾਨਾਂ ਦੇ ਨਾਲ ਨੇ ਤਾਂ ਅੰਦੋਲਨ ਜਿੱਤ ਵੱਲ ਨੂੰ ਲੈ ਕੇ ਜਾਣਗੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।